ਡਾਕੂਮੈਂਟ ਸੀ, ਬਿਲਕੁਲ ਉਸ ਤਰ੍ਹਾਂ ਦਾ ਵਾ। ਇਹਦੇ 'ਚ ਕੋਈ ਭਾਰੀ ਬਦਲਾਵ ਦੀ ਗੱਲ ਨਹੀਂ ਹੈ। ਬਜਟ ਤੁਹਾਨੂੰ ਪਤਾ ਵਾ ਕਿ ਇਨਫਲੇਸ਼ਨ ਨੂੰ ਮੁੱਖ ਰੱਖਦਿਆਂ, ਮਹਿੰਗਾਈ ਦਰ ਨੂੰ ਮੁੱਖ ਰੱਖਦਿਆਂ ਹਰ ਸਾਲ ਬਜਟ ਦੀ ਐਲੋਕੇਸ਼ਨ ਵੱਧਦੀ ਆ। ਇਸ ਵਾਰ ਬਜਟ ਜਿਹੜਾ ਵਾ ਉਹ ਤਕਰੀਬਨ 1,55,000 ਕਰੋੜ ਰੁਪਏ ਦਾ ਬਜਟ ਪੇਸ਼ ਕਰਨ ਜਾ ਰਹੀ ਸਰਕਾਰ। ਇਹਦੇ 'ਚ ਸਾਰੇ ਸੈਕਟਰਸ ਵਾਸਤੇ ਤੁਹਾਨੂੰ ਪਤਾ ਕਿ ਹਰ ਸਾਲ ਐਲੋਕੇਸ਼ਨ ਵਧਾਈ ਜਾਂਦੀ ਆ। ਇਹਦੇ 'ਚ ਐਜੂਕੇਸ਼ਨ ਤੇ ਹੈਲਥ ਕੇਅਰ ਵਾਸਤੇ ਉਹਨਾਂ ਨੇ ਐਲੋਕੇਸ਼ਨ ਜਿਹੜੀ ਹੈ ਬਜਟ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਵਧਾਈ ਹੈ। ਪਰੰਤੂ ਕੁਝ ਜਿਹੜੀਆਂ ਚੀਜ਼ਾਂ ਮੈਂ ਪੁਆਇੰਟ ਆਊਟ ਕਰਨਾ ਚਾਹੁੰਦਾ ਤੁਹਾਡੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ, ਕਿ ਜਿਹੜੀਆਂ ਗਾਰੰਟੀਜ਼ ਦਿੱਤੀਆਂ ਜਿਹਦੇ ਆਧਾਰ ਦੇ ਉੱਤੇ ਵੋਟਾਂ ਲਈਆਂ, ਇੱਕ ਤਾਂ ਇਸ ਬਜਟ ਡਾਕੂਮੈਂਟ ਵਿੱਚ ਜਿਹੜੀ ਕੇਜਰੀਵਾਲ ਸਾਹਿਬ ਨੇ 1,000 ਰੁਪਇਆ ਪ੍ਰਤੀ ਮਹੀਨਾ ਔਰਤਾਂ ਨੂੰ ਦੇਣਾ ਸੀਗਾ, ਇਹਦਾ ਕੋਈ ਜ਼ਿਕਰ ਨਹੀਂ। ਇਹਦੇ ਵਾਸਤੇ ਕੋਈ ਪੈਸਾ ਰਾਖਵਾਂ ਬਜਟ ਦੇ ਵਿੱਚ ਨਹੀਂ ਰੱਖਿਆ ਗਿਆ। ਦੂਸਰੀ ਉਹਨਾਂ ਦੀ ਮੇਜਰ ਗਾਰੰਟੀ ਸੀਗੀ ਜਿਹੜੀ ਕਿ ਅਸੀਂ 300 ਯੂਨਿਟ ਫ੍ਰੀ ਦਿਆਂਗੇ ਬਿਜਲੀ ਦੀ, ਉਹਦੇ ਵਿੱਚ ਜ਼ਿਕਰ ਹੈਗਾ, ਲੇਕਿਨ ਬਜਟਰੀ ਐਲੋਕੇਸ਼ਨ ਹੁੰਦਾ ਕਿ ਪੈਸੇ ਉਹਦੇ ਵਾਸਤੇ ਰੱਖੇ ਨੇ ਕਿ ਅਸੀਂ ਇੱਕ ਸਾਲ ਵਿੱਚ 500 ਜਾਂ 700 ਕਰੋੜ ਰੁਪਇਆ ਇਹਨਾਂ ਕੰਮ ਵਾਸਤੇ ਖਰਚਾਂਗੇ। ਉਹਦੇ ਸਿਰਫ ਜ਼ਿਕਰ ਕੀਤਾ ਕਿ ਅਸੀਂ ਖਰਚੇ ਘਟਾਵਾਂਗੇ ਤੇ ਜਿਹੜੀ ਟੈਕਸ ਦੀ ਤੇ ਰੈਵਨਿਊ ਲਾਸਸ ਹੁੰਦੇ ਨੇ, ਚੋਰੀ ਹੁੰਦੀ ਆ, ਉਸ ਨੂੰ ਅਸੀਂ ਬੰਦ ਕਰਾਂਗੇ ਤੇ ਅਸੀਂ ਬਿਜਲੀ ਗਰੀਬਾਂ ਨੂੰ 300 ਯੂਨਿਟ ਫ੍ਰੀ ਦਿਆਂਗੇ। ਤੀਸਰੀ ਗੱਲ, ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੇ ਮੰਗੀ ਹੀ ਨਹੀਂ, ਮਤਲਬ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਰਕਾਰ ਕੋਲੋਂ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ, ਸਾਨੂੰ ਸਪੋਰਟਸ ਦੇ ਵਾਸਤੇ ਪਿੰਡਾਂ ਦੇ ਵਿੱਚ ਪਲੇਗਰਾਊਂਡ ਦਿੱਤੇ ਜਾਣ, ਜਿਹੜੀਆਂ ਗੱਲਾਂ ਮੰਗਾਂ ਉੱਠ ਰਹੀਆਂ ਅੰਦਰ, ਸਾਡੇ ਸਕੂਲਸ ਅੱਛੇ ਬਣਾਏ ਜਾਣ, ਸਾਡੇ ਹਸਪੀਟਲ ਅੱਛੇ ਬਣਾਏ ਜਾਣ, ਸਾਡੇ ਜਿਹੜੇ ਪਿੰਡਾਂ ਨੂੰ ਇੰਪਰੂਵ ਕਰਨ ਵਾਸਤੇ ਇਨਫਰਾਸਟ੍ਰਕਚਰ ਪੈਸੇ ਦਿੱਤੇ ਜਾਣ। ਜਿਹੜੀ ਚੀਜ਼ ਕਿਸੇ ਨੇ ਨਹੀਂ ਮੰਗੀ, ਉਹ ਫ੍ਰੀ ਆਟਾ ਡਿਲੀਵਰੀ ਵਾਸਤੇ 500 ਕਰੋੜ ਰੁਪਇਆ ਬਜਟ ਵਿੱਚ ਰੱਖ ਦਿੱਤਾ ਗਿਆ ਵਾ। 497 ਕਰੋੜ 500 ਕਰੋੜ ਦੇ ਕਰੀਬ, ਜਿਹੜੀ ਚੀਜ਼ ਮੰਗੀ ਨਹੀਂ ਕਿਸੇ ਨੇ। ਔਰ ਮੇਰਾ ਇਹ ਮੰਨਣਾ ਵਾ ਕਿ 500 ਕਰੋੜ ਵਿੱਚ ਰਿਸ਼ਵਤਖੋਰੀ ਹੋਵੇਗੀ, ਕਿਉਂਕਿ ਆਟਾ ਤਾਂ ਵੈਸੇ ਹੀ ਸਸਟੇਨ ਨਹੀਂ ਕਰ ਸਕਦਾ। ਕਣਕ ਜਿਹੜੀ ਆ ਲੋਕੀ ਲੈਂਦੇ ਸੀ, ਆਪਣੇ ਸਟੋਰ ਕਰਦੇ ਸੀ, ਕਿ ਜਿੰਨਾ ਆਟਾ ਪਸਵਾਉਣਾ ਹੁੰਦਾ ਸੀ ਚੱਕੀਆਂ ਤੋਂ ਪਸਵਾ ਕੇ ਉਹਨਾਂ ਵਰਤ ਲੈਂਦੇ ਸੀ, ਕਿ ਤੁਸੀਂ ਆਟੇ ਨੂੰ 2 ਮਹੀਨੇ 3 ਮਹੀਨੇ ਸਟੋਰ ਹੀ ਨਹੀਂ ਕਰ ਸਕਦੇ, ਉਸ ਨੂੰ ਸੁਸਰੀ ਲੱਗਦੀ ਆ, ਉਹ ਖਰਾਬ ਹੋ ਜਾਂਦਾ ਵਾ। ਇਸ ਲਈ ਕਿਸੇ ਸ਼ੈਤਾਨ ਆਦਮੀ ਨੇ ਇਹਨਾਂ ਨੂੰ ਸੁਜੈਸਟ ਕੀਤਾ ਔਰ ਇਹਨਾਂ ਨੇ ਚੱਕ ਕੇ 500 ਕਰੋੜ ਰੁਪਈਆ, ਜਿਹੜੀ ਸਟੇਟ ਪੌਣੇ 3 ਲੱਖ ਕਰੋੜ ਰੁਪਏ ਦੀ ਕਰਜ਼ਈ ਆ, ਉਹਦਾ ਇਹਨਾਂ ਨੇ 500 ਕਰੋੜ ਰੁਪਈਆ ਐਲੋਕੇਸ਼ਨ ਰੱਖਿਆ, ਵਿਚ ਇਜ਼ ਐਬਸੋਲੂਟਲੀ ਇਨਟੋਲਰੇਬਲ। ਦੂਸਰਾ, ਇਹਨਾਂ ਨੇ ਐਕਸਾਈਜ਼ ਦੀ ਬੜੀ ਬਹਾਦਰੀ ਨਾਲ ਰੌਲਾ ਪਾਇਆ ਕਿ ਅਸੀਂ ਐਕਸਾਈਜ਼ ਵਿੱਚੋਂ 10,000 ਕਰੋੜ ਰੁਪਈਆ ਕੁੱਲ ਟੋਟਲ, ਯਾਨੀ ਕਿ 4,000 ਕਰੋੜ ਦੇ ਕਰੀਬ ਅਸੀਂ ਰੈਵਨਿਊ ਜਨਰੇਟ ਕਰਾਂਗੇ। ਲੇਕਿਨ ਮੈਂ ਪੁੱਛਣਾ ਚਾਹੁੰਦਾ ਕਿ ਇਹਨਾਂ ਦੀ ਐਕਸਾਈਜ਼ ਦੀ ਪਾਲਿਸੀ ਫਲॉप ਹੋ ਗਈ ਹੈ। ਜਿਹੜੀ ਈ ਟੈਂਡਰਿੰਗ ਰੱਖੀ ਸੀ ਕਿ ਲੋਕੀ ਜਿਹੜੇ ਵੱਡੇ ਸਰਕਲ ਬਣਾਤੇ ਅਮੀਰਾਂ ਨੂੰ ਦੇਣ ਵਾਸਤੇ, 35 40 ਕਰੋੜ ਦਾ ਸਰਕਲ ਬਣਾਤਾ, ਉਹ ਤਾਂ ਲੋਕੀ ਕੋ ਆਏ ਨਹੀਂ ਅੱਗੇ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਆਪ ਬਜਟ ਨੂੰ ਦੇਖ ਲੈਣਾ, ਇਹਦੇ 'ਚ ਦੇयर इज ਨਥਿੰਗ ਵਿਚ ਇਜ਼ ਸਮਥਿੰਗ ਰੈਵੋਲੂਸ਼ਨਰੀ ਜਾਂ ਕੋਈ ਬਹੁਤ ਵੱਡਾ ਬਦਲਾਅ ਉਲਟ ਫੇਰ ਹੋ ਰਿਹਾ ਵਾ। ਹਾਂ, ਦਿੱਲੀ ਮਾਡਲ ਦਾ ਨਾਮ ਅੰਦਰ ਜਪਿਆ ਜਾ ਰਿਹਾ ਔਰ ਮੈਂ ਸਮਝਦਾ ਕਿ ਕੱਲ ਨੂੰ ਜਦੋਂ ਡਿਟੇਲ ਵਿੱਚ ਬਹਿਸ ਹੋਗੇ ਉੱਥੇ ਦੱਸਾਂਗੇ। ਇੱਕ ਗੱਲ ਕਹਿਣਾ ਭੁੱਲ ਰਿਹਾ ਸੀਗਾ, ਤੁਹਾਨੂੰ ਯਾਦ ਹੋਵੇਗਾ ਕਿ ਕੇਜਰੀਵਾਲ ਨੂੰ ਜਦੋਂ ਤੁਸੀਂ ਪੁੱਛਿਆ ਸੀ ਬਜਟ ਸਾਰਿਆਂ ਨੇ ਕਿ ਜੀ ਤੁਸੀਂ ਗਰੰਟੀਆਂ ਦੇ ਰਹੇ ਹੋ ਤੇ ਗਰੰਟੀਆਂ ਲਈ ਪੈਸੇ ਕਿੱਥੋਂ ਲੈ ਕੇ ਆਓਗੇ, ਤੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦੀ ਹਾਜ਼ਰੀ 'ਚ ਮੈਂ ਸੁਣਿਆ ਸਾਰਾ ਕਿ ਅਸੀਂ ਜਿਹੜਾ ਬਜਟ ਪੇਸ਼ ਹੁੰਦਾ ਇਹਦੇ 'ਚ ਭ੍ਰਿਸ਼ਟਾਚਾਰ ਰੋਕਾਂਗੇ। ਔਰ ਉਹਨਾਂ ਨੇ ਕਿਹਾ ਸੀਗਾ ਕਿ ਭ੍ਰਿਸ਼ਟਾਚਾਰ ਮੇਰੇ ਹਿਸਾਬ ਦੇ ਨਾਲ ਬਜਟ ਵਿੱਚ 20% ਦੇ ਲਾਗੇ ਚੋਰੀ ਹੁੰਦੀ ਹੈ। ਹੁਣ ਇਸ ਬਜਟ ਵਿੱਚ ਉਹਦਾ ਕੋਈ ਜ਼ਿਕਰ ਨਹੀਂਗਾ। ਪਰਸੋਂ ਵਾਈਟ ਪੇਪਰ ਜਾਰੀ ਕੀਤਾ ਸੀ, ਉਸ ਵਾਈਟ ਪੇਪਰ ਵਿੱਚ ਵੀ ਕੋਈ ਜ਼ਿਕਰ ਨਹੀਂਗਾ ਕਿ ਅਸੀਂ ਚੋਰੀ ਰੋਕਾਂਗੇ। ਦੈਟ ਮੀਨਸ ਯੂ ਪਲੇਡ ਅ ਫਰਾਡ ਵਿਦ ਦ ਪੀਪਲ ਆਫ ਪੰਜਾਬ। 34,000 ਕਰੋੜ ਰੁਪਇਆ ਕਹਿੰਦੇ ਰੋਕਾਂਗੇ ਔਰ ਇਸ ਬਜਟ ਵਿੱਚ ਬਹੁਤ ਵੱਡਾ ਹਿੱਸਾ 80-90% ਕਮਿਟਡ ਐਕਸਪੈਂਡੀਚਰ ਆ। ਕਮਿਟਡ ਐਕਸਪੈਂਡੀਚਰ ਭਾਵ ਕਿ ਜਿਹੜੀਆਂ ਤਨਖਾਹਾਂ ਨੇ, ਜਿਹੜੀਆਂ ਪੈਨਸ਼ਨਾਂ ਨੇ, ਜਿਹੜੇ ਕਰਜ਼ੇ ਦੀ ਕਿਸ਼ਤ ਅਦਾਇਗੀ ਆ, ਪ੍ਰਿੰਸੀਪਲ ਅਮਾਊਂਟ ਅਦਾਇਗੀ ਆ, ਜਿਹੜਾ ਸਟੇਟ ਲੈਵਲ ਅੰਡਰਟੇਕਿੰਗ ਬਾਡੀਜ਼ ਨੇ, ਪਨਸਪ, ਮਾਰਕਫੈਡ ਜਾਂ ਪੰਜਾਬ ਐਗਰੋ, ਇੱਦਾਂ ਦੀਆਂ ਜਿਹੜੀਆਂ ਕਾਰਪੋਰੇਸ਼ਨਾਂ ਦੇ ਬੋਰਡਸ ਨੇ, ਇਹਦਾ ਕਰਜ਼ੇ ਦੀ ਅਦਾਇਗੀ ਹੈਗੀ ਆ। PSPCL ਨੂੰ ਮੁਫਤ ਬਿਜਲੀ ਦੀ ਜਿਹੜੀ ਜਾਰੀ ਆ ਸਬਸਿਡੀ, ਜਿਹੜੀ ਉਹਦੀ ਅਦਾਇਗੀ ਹੈ PSPCL ਨੂੰ। ਸੋ ਜਿਹੜਾ ਕਮਿਟਡ ਐਕਸਪੈਂਡੀਚਰ ਹੈ ਉਹਦੇ 'ਚੋਂ ਤੁਸੀਂ ਕਿੱਥੋਂ ਭ੍ਰਿਸ਼ਟਾਚਾਰ ਰੋਕ ਲਓਗੇ। ਔਰ ਸਿਰਫ ਜਿਹੜੇ ਪ੍ਰੋਜੈਕਟਸ ਚੱਲਦੇ ਨੇ ਪੰਜਾਬ 'ਚ ਉਹਨਾਂ ਦਾ ਸਕੋਪ ਹੀ ਹੈ ਨਹੀਂਗਾ। ਸੋ ਇੱਕ ਝੂਠ ਅੱਜ ਆਮ ਆਦਮੀ ਪਾਰਟੀ ਦਾ ਫੜਿਆ ਗਿਆ ਵਾ ਕਿ ਨਾ ਇਹਨਾਂ ਨੇ 1000 ਰੁਪਈਆ ਔਰਤਾਂ ਦੇ ਵਾਸਤੇ ਰੱਖਿਆ ਪੈਸਾ, ਨਾ ਇਹਨਾਂ ਨੇ ਕਿਹਾ ਜਿਹੜਾ ਅਸੀਂ 34,000 ਕਰੋੜ ਰੁਪਇਆ ਪੈਦਾ ਕਰਾਂਗੇ ਉਹਦੇ 'ਚੋਂ ਭ੍ਰਿਸ਼ਟਾਚਾਰ ਰੋਕ ਕੇ ਬਜਟ ਵਿੱਚੋਂ, ਨਾ ਉਹਦੀ ਗੱਲ ਹੈ, ਨਾ ਵਾਈਟ ਪੇਪਰ ਵਿੱਚ ਗੱਲ ਹੈ। ਔਰ ਮਾਈਨਿੰਗ ਦਾ ਜਿਹੜਾ ਕਹਿੰਦੇ ਸੀ ਕੇਜਰੀਵਾਲ ਸਾਹਿਬ ਕੇ ਸੀ ਔਰ ਭਗਵੰਤ ਮਾਨ ਨੂੰ ਇੱਕ ਵਾਰੀ ਨਹੀਂ ਸੁਣਿਆ, 100 ਵਾਰੀ ਸੁਣਿਆ ਕਿ ਅਸੀਂ 20,000 ਕਰੋੜ ਰੁਪਈਆ ਗੈਰ ਕਾਨੂੰਨੀ ਮਾਈਨਿੰਗ ਦਾ, ਮਾਫੀਆ ਦਾ ਕੰਮ ਬੰਦ ਕਰਕੇ 20,000 ਪੈਦਾ ਕਰਾਂਗੇ। ਲੇਕਿਨ ਇਸ ਬਜਟ ਵਿੱਚ ਇਹਨਾਂ ਨੇ ਕਿਹਾ ਵਾ ਕਿ ਮਾਈਨਿੰਗ ਸਮੇਤ ਸਾਰੇ ਸਾਲ ਵਿੱਚ ਅਸੀਂ ਰੈਵਨਿਊ ਜਨਰੇਟ ਜਿਹੜੀ ਕਰਾਂਗੇ ਉਹ 'ਚ ਅਸੀਂ 400-500 ਕਰੋੜ ਰੁਪਈਆ ਦਾ ਇਜ਼ਾਫਾ ਕਰਾਂਗੇ। ਔਰ ਕੱਲ ਹਰਜੋਤ ਬੈਂਸ ਨੇ ਕਿਹਾ ਸੀ ਅਸੀਂ ਕਿ 1 ਮਹੀਨੇ 'ਚ
ਅਸੀਂ 30 ਕਰੋੜ ਰੁਪਈਆ ਮਾਈਨਿੰਗ ਤੋਂ ਜਨਰੇਟ ਕੀਤਾ। ਹੁਣ 12 ਤੀਆ 360 ਕਰੋੜ ਰੁਪਈਆ ਵੱਧ ਤੋਂ ਵੱਧ, ਇੰਨਾ ਵੀ ਨਹੀਂ ਹੋਣਾ, ਯਾਦ ਰੱਖੋ ਤੁਸੀਂ ਜਦੋਂ ਸਾਰਾ ਸਾਲ ਖਤਮ ਹੋਵੇਗਾ, ਜੇ ਮੰਨ ਲਓ 360 ਕਰੋੜ ਰੁਪਈਆ ਕਹਿੰਦੇ ਅਸੀਂ ਜਨਰੇਟ ਕਰਾਂਗੇ, ਜਿਹੜਾ ਕਿ ਪਹਿਲੇ ਸਮੇਂ ਵਿੱਚ 150-200 ਕਰੋੜ ਚੱਲਦਾ ਸੀਗਾ, ਤਾਂ 100-150 ਕਰੋੜ ਦਾ ਇਜ਼ਾਫਾ ਕਿੱਥੇ 20,000 ਕਰੋੜ ਰੁਪਇਆ ਜਨਰੇਟ ਕਰਨ ਦਾ ਝੂਠ ਬੋਲਿਆ ਗਿਆ ਸੀ ਲੋਕਾਂ ਨੂੰ। ਸੋ ਇਸ ਕਰਕੇ ਇਹ ਸਾਰੇ ਮਸਲੇ ਜਿਹੜੇ ਨੇ ਇਹਦੇ ਬਜਟ 'ਚ ਅਸੀਂ ਕੱਲ ਬਹਿਸ ਵਿੱਚ ਹਿੱਸਾ ਲਵਾਂਗੇ ਔਰ ਤੁਹਾਨੂੰ ਹੋਰ। ਖੈਰਾ ਸਾਹਿਬ ਇੱਕ ਹੋਰ ਚੀਜ਼ ਐਡ ਕੀਤੀ ਗਈ ਹੈ, ਕਹਿੰਦੇ ਐਨਆਰਆਈਜ਼ ਤੋਂ ਫੰਡ ਲਿਆ ਜਾਵੇਗਾ, ਐਨਆਰਆਈਜ਼ ਤੋਂ ਫੰਡ ਲੈ ਜਾ ਕੇ ਕਿਹੜੇ ਖਾਤੇ ਦੇ ਵਿੱਚ ਪਾਇਆ ਜਾਵੇਗਾ? ਕਹਿ ਰਹੇ ਕਿ ਐਨਆਰਆਈਜ਼ ਦੇ ਡਾਟੇ ਕਢਾਏ ਜਾ ਰਹੇ ਨੇ ਪੂਰੇ ਪੰਜਾਬ ਦੇ ਐਨਆਰਆਈਜ਼ ਤੋਂ, ਚਿੱਠੀ ਭੇਜੀ ਜਾਏਗੀ ਪੰਜਾਬ ਸਰਕਾਰ। ਬਜਟ ਦੇ ਵਿੱਚ ਹਲੇ ਐਵੇਂ ਇਹਦੇ 'ਚ ਕੋਈ ਠੋਸ ਗੱਲ ਨਹੀਂ ਹੈ ਐਨਆਰਆਈਜ਼ ਦੇ ਪ੍ਰੋਗਰਾਮ ਬਾਰੇ। ਮੈਂ ਪੜਿਆ ਇੱਕ ਪੈਰਾ ਹੈ ਸਿਰਫ ਐਨਆਰਆਈਜ਼ ਦਾ, ਤੁਹਾਡੇ ਕੋਲ ਵੀ ਕਾਪੀ ਆ ਜਾਣੀ, ਤੁਸੀਂ ਦੇਖ ਲੈਣਾ। ਐਨਆਰਆਈਜ਼ ਨੂੰ ਜਦ ਤੱਕ ਤੁਸੀਂ ਪੰਜਾਬ ਦੇ ਵਿੱਚ ਆਨਰੇਬਲ ਤਰੀਕੇ ਨਾਲ ਭਾਈਵਾਲ ਨਹੀਂ ਬਣਾ ਦਿੰਦੇ, ਉਹਨਾਂ ਨੂੰ ਸਟੇਕ ਹੋਲਡਰਸ ਕਿ ਉਹ ਉਹਨਾਂ ਨੂੰ ਨਿਗਰਾਨੀ ਦੇ ਅਧਿਕਾਰ ਦਿੱਤੇ ਜਾਣ, ਉਹਨਾਂ ਨੂੰ ਕੰਮ ਮਟੀਰੀਅਲ ਖਰੀਦਣ ਦੇ ਅਧਿਕਾਰ ਦਿੱਤੇ ਜਾਣ, ਸੁਪਰਵਿਜ਼ਨ ਦੇ ਅਧਿਕਾਰ ਦਿੱਤੇ ਜਾਣ। ਵਰਨਾ ਤਾਂ ਸਿਰਫ ਐਨਆਰਆਈਜ਼ ਨੂੰ ਆਮ ਤੌਰ ਤੇ ਸਰਕਾਰਾਂ ਇੱਕ ਕੀ ਕਹਿੰਦੇ ਹੁੰਦੇ ਕਿ ਸੋਰਸ ਆਫ ਮਨੀ, ਉਹਨਾਂ ਤੋਂ ਪੈਸੇ ਲੈਣਾ ਜਾਣਦੀਆਂ ਨੇ, ਲੇਕਿਨ ਉਹਨਾਂ ਦਾ ਮਾਣ ਸਤਿਕਾਰ ਅੱਜ ਤੱਕ ਐਨਆਰਆਈਜ਼ ਦਾ ਕਿਸੇ ਸਰਕਾਰ ਨੇ ਨਹੀਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਭਾਈਵਾਲਤਾ ਹੋਵੇ। ਐਨਆਰਆਈਜ਼ ਬਹੁਤ ਕੁਝ ਪੰਜਾਬ 'ਚ ਯੋਗਦਾਨ ਪਾ ਸਕਦੇ ਆ ਔਰ ਆਪਣੇ ਆਪਣੇ ਪਿੰਡ ਨੂੰ ਸੁਧਾਰ ਸਕਦੇ। ਫ੍ਰੀ ਬਿਜਲੀ ਵਾਲਾ ਜੀ ਉਹ ਕਹਿੰਦੇ ਅਸੀਂ ਲਾਗੂ ਕਰਨ ਜਾ ਰਹੇ ਹਾਂ। ਹਾਂ ਉਹ ਕਹਿ ਰਹੇ ਨੇ ਨਾ, ਬਟ ਬਜਟਰੀ ਐਲੋਕੇਸ਼ਨ ਹੈ ਨਹੀਂ ਇਹਦੇ ਵਿੱਚ ਜੀ। 300 ਯੂਨਿਟ ਫ੍ਰੀ ਕਹਿੰਦੇ ਕਰਾਂਗੇ, ਅਗਰ ਅਸੀਂ ਪੁੱਛਦੇ ਕਿ ਪੈਸਾ ਕਿੱਥੋਂ ਆਵੇਗਾ ਤਾਂ ਉਹ ਕਹਿੰਦੇ ਜੀ ਅਸੀਂ ਪੈਸੇ ਦੀ ਜਿਹੜੀ ਲੀਕੇਜ ਰੋਕਾਂਗੇ, ਟੈਕਸ ਚੋਰੀ ਰੋਕਾਂਗੇ ਔਰ ਆਪਣੇ ਖਰਚੇ ਘਟਾਵਾਂਗੇ ਤੇ ਅਸੀਂ 300 ਯੂਨਿਟ ਦੇਵਾਂਗੇ। ਮਤਲਬ ਬਜਟਰੀ ਐਲੋਕੇਸ਼ਨ ਮੈਨੂੰ ਇਸ ਡਾਕੂਮੈਂਟ ਦੇ ਵਿੱਚ 300 यूनिट फ्री बिजली की नजर नहीं है। खैरा सर कुल बजट 1.5 लाख करोड़ का है और टोटल जो एक्सपेंडिचर सरकार ने जो इसके अंदर बताया वो लगभग 1,05,000 करोड़ रुपए बताया और जिसमें से 66,000 जो करोड़ है वो पिछला जो है उसको कैरी ऑन करने पे खर्च होगा। तो क्या लगता है कि 40 से 45,000 करोड़ के अंदर जो इन्होंने मेडिकल कॉलेज या जितना भी स्कॉलरशिप नहीं, 40-45 हज़ार करोड़ भी नहीं, आपको गलतफहमी है। प्लीज एनालाइज द डॉक्यूमेंट प्रॉपर्ली। कैपिटल कमिटेड एक्सपेंडिचर इतना ज़्यादा है, एक मिनट बात सुन लें जी। और जो इन्होंने अपना जो कर्जा सरकार को टेक ओवर करना पड़ा, जो उदय स्कीम का UDAY का और जो स्टेट लेवल अंडरटेकिंग्स थी ਸੀਗੀਆਂ, ਪੰਜਾਬੀ ਚ ਆਇਆ ਨਾ, ਜਿਹੜੀਆਂ ਸਟੇਟ ਲੈਵਲ ਅੰਡਰਟੇਕਿੰਗ ਸੀਗੀਆਂ ਨਾ, ਉਹਦਾ ਕਰਜ਼ਾ ਵੀ ਇਹਨਾਂ ਨੂੰ ਚੱਕਣਾ ਪਿਆ ਵਾ, ਜਿਹਦੇ ਕਰਕੇ ਕੋਈ ਬਹੁਤਾ ਸਕੋਪ ਡਿਵੈਲਪਮੈਂਟ ਦੇ ਵਾਸਤੇ ਹੈ ਨਹੀਂਗਾ। ਤਾਈਓ ਤਾਂ ਮੈਂ ਕਹਿ ਰਿਹਾ ਵਾਂ ਕਿ ਜਿਹੜੇ ਲੋਕ ਕਹਿੰਦੇ ਸੀ ਅਸੀਂ ਬਜਟ ਵਿੱਚੋਂ ਭ੍ਰਿਸ਼ਟਾਚਾਰ ਰੋਕ ਕੇ 34,000 ਕਰੋੜ ਰੁਪਇਆ ਅਸੀਂ ਪੰਜਾਬ ਦੇ ਲੋਕਾਂ ਦੇ ਦੇਵਾਂਗੇ, ਉਹ ਸਾਰਾ ਝੂਠ ਸੀਗਾ। ਔਰ ਤੁਸੀਂ ਦੇਖ ਲੈਣਾ ਇਹਦੇ ਵਿੱਚ ਮੈਂ ਤਾਂ ਕਿਤੇ ਕੋਈ ਬਹੁਤ ਵੱਡੀ ਐਲੋਕੇਸ਼ਨ ਵੱਡੇ ਪ੍ਰੋਜੈਕਟਸ ਵਾਸਤੇ ਮੈਨੂੰ ਨਜ਼ਰ ਨਹੀਂ ਆਈ। ਜੇ ਮੈਂ ਤੁਹਾਨੂੰ ਕਹਿ ਰਿਹਾ ਸਪੋਰਟਸ ਡਿਪਾਰਟਮੈਂਟ ਵਾਸਤੇ, ਜੇ ਸਪੋਰਟਸ ਇਨਫਰਾਸਟ੍ਰਕਚਰ ਜਿਹਨੂੰ ਕਹਿੰਦੇ ਕਿ ਬਹੁਤ ਜ਼ਿਆਦਾ ਤੇਜ਼ੀ ਨਾਲ ਅੱਗੇ ਲੈਣ, ਉਹਦੇ ਲਈ ਸਿਰਫ 25 ਕਰੋੜ ਰੁਪਈਆ ਵਾ। ਇਹਦੇ ਮੁਕਾਬਲੇ ਤੇ ਫ੍ਰੀ ਆਟਾ ਪਿੰਡਾਂ ਨੂੰ ਦੇਣ ਵਾਸਤੇ 500 ਕਰੋੜ ਰੁਪਇਆ ਰੱਖ ਲਿਆ। ਸੋ ਆਈ ਵੁੱਡ ਜਸਟ ਕਾਲ ਦਿਸ ਪਾਰਟਿਕੂਲਰਲੀ ਆਟਾ ਫ੍ਰੀ ਦੇਣ ਦਾ ਜਿਹੜੀ ਕਿਸੇ ਨੇ ਮੰਗਿਆ ਨਹੀਂ, ਇਟਸ ਅ ਵੈਰੀ doubtful scheme and a very foolish act on the part of the government। सर्वे क्या कह रहा है पंजाब का इकोनॉमिक ਕਹਿ ਰਹੇ सर्वे? ਨੇ ਕਿ ਪਿਛਲੀਆਂ ਸਰਕਾਰਾਂ ਦੇ ਨਾਲੋਂ ਜਿਵੇਂ ਤਕਨੀਕੀ ਸਿੱਖਿਆ ਦੇ ਵਿੱਚ 47% ਉਹ ਕਹਿੰਦੇ ਅਸੀਂ ਵਾਧਾ ਦੇਖੋ ਨਾ, ਇਹ ਮੇਰੀ ਗੱਲ ਅੱਛੀ ਤਰ੍ਹਾਂ ਸਮਝੋ। ਤੁਸੀਂ ਬਜਟ ਦੇਖ ਲੈਣਾ ਵਾ, ਬਜਟ ਦੇ ਉਹਦੇ ਇਫੈਕਟਸ ਵੀ ਤੁਸੀਂ ਆਉਣ ਵਾਲੇ ਕੁਝ ਚੰਦ ਮਹੀਨਿਆਂ 'ਚ ਤੁਹਾਡੇ ਤਾਈਂ ਪਹੁੰਚ ਜਾਣੇ ਆ। ਇਹ ਸਾਰਾ ਨਾ ਜੀ ਲਫ਼ਜ਼ਾਂ ਦਾ ਹੇਰ ਫੇਰ ਹੁੰਦਾ, ਇਹ ਤੋਂ ਜ਼ਿਆਦਾ ਕੁਝ ਨਹੀਂਗਾ। ਮੈਂ ਪਿਛਲੇ 2007 ਤੋਂ ਲੈ ਕੇ ਮੈਂ 15 ਬਜਟ ਤੱਕ ਖੁਦ ਦੇਖ ਲੈਣਗੇ। ਇਹਦਾ ਪੰਜਾਬ ਦੇ ਆਮ ਆਵਾਮ ਤੇ ਉੱਤੇ ਇੰਪੈਕਟ ਪਵੇ ਤਾਂ ਹੀ ਬਜਟ ਅੱਛਾ ਸਮਝਾਂਗੇ ਨਾ। ਹੁਣ EMPLOYEES ਦਾ ਕਹਿ ਰਹੇ ਨੇ ਕਿ ਅਸੀਂ ਕਰਾਂਗੇ ਭਰਤੀ, ਲੇਕਿਨ ਉਹਦੀ ਬਜਟਰੀ ਐਲੋਕੇਸ਼ਨ ਤਾਂ ਦੱਸੀ ਨਹੀਂ ਗਈ। ਅਕਸਰ 10,000 EMPLOYEE ਤੁਸੀਂ ਭਰਤੀ ਕਰੋਗੇ, ਔਸਤਨ 50,000 ਰੁਪਇਆ ਉਹਨਾਂ ਨੂੰ ਤਨਖਾਹ ਦਿਓਗੇ, ਤਾਂ ਫਿਰ ਤਾਂ ਇਹਦਾ ਲਈ ਤੁਹਾਨੂੰ ਹਜ਼ਾਰਾਂ ਕਰੋੜਾਂ ਰੁਪਏ ਬਜਟ ਵਿੱਚ ਐਲੋਕੇਟ ਕਰਨੇ ਪੈਣੇ ਆ। ਬਜਟਰੀ ਐਲੋਕੇਸ਼ਨ ਜਦੋਂ ਆਪਾਂ ਕੋਈ ਸਕੀਮ ਅਨਾਉਂਸ ਕਰਦੇ, ਜਦ ਤੱਕ ਅਸੀਂ ਪੈਸਾ ਨਹੀਂ ਰੱਖਦੇ ਉਹਦੇ ਵਾਸਤੇ ਬਜਟ ਵਿੱਚ, ਉਦੋਂ ਤੱਕ ਇਹ ਸਿਰਫ ਕਹਿੰਦੇ ਹੁੰਦੇ ਨੇ ਕਿ ਇਹ ਕੇਵਲ ਹਵਾ ਵਿੱਚ ਗੱਲਾਂ ਨੇ। ਸੋ ਜਦ ਇਹ ਬਜਟ ਲੋਕਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਵੇਗਾ, ਉਸ ਨੂੰ ਸਹੀ ਬਜਟ ਕਿਹਾ ਜਾਂਦਾ। ਮੈਨੂੰ ਤਾਂ ਅੱਜ ਤੱਕ ਮੁਸਕਰਾਹਟ ਦਿਸੀ ਨਹੀਂ ਗੀ। ਅਗਰ ਮੁਸਕਰਾਹਟ ਹੁੰਦੀ ਤੇ ਬੱਚੇ ਵਿਦੇਸ਼ਾਂ 'ਚ ਨਾ ਜਾਂਦੇ, ਤੇ ਹੁਣ ਆਪਾਂ ਦੇਖਦੇ ਹਾਂ ਕਿ ਕਿੰਨੇ ਬੱਚੇ ਵਿਦੇਸ਼ਾਂ 'ਚ ਜਾਣ ਤੋਂ ਇਹ ਰੋਕਦੇ ਨੇ ਤੇ ਕਿੰਨੀ ਦੇਰ ਪਹਿਲਾ ਬਜਟ ਕੀ ਕਹਿ ਰਿਹਾ ਆਉਣ ਵਾਲੇ 4 ਸਾਲ ਹੋਰ ਪੇਸ਼ ਹੋਣੇ ਨੇ ਬਜਟ। ਚਲੋ ਮੈਂ ਨਹੀਂ ਪਹਿਲਾ ਬਜਟ ਤੇ ਟਿੱਪਣੀ ਕੀਤੀ ਹੈ ਨਾ, ਜਿਹੜੇ ਪਹਿਲੇ ਬਜਟ ਵਿੱਚ ਜੋ ਉਣਤਾਈਆਂ ਮੈਨੂੰ ਨਜ਼ਰ ਆਈਆਂ। ਤੁਸੀਂ ਦੱਸੋ ਮੈਨੂੰ 500 ਕਰੋੜ ਰੁਪਇਆ ਫ੍ਰੀ ਆਟੇ ਤੱਕ ਮੰਗਿਆ ਕਦੀ ਕਿਸੇ ਨੇ? ਕਦ ਲਈ ਦੇ ਰਹੇ ਨੇ? ਇਹਦਾ ਮਤਲਬ ਤੁਸੀਂ ਆਪਣਾ ਪੈਸਾ ਜ਼ਾਇਆ ਕਰ, ਇੱਕ ਪਾਸੇ ਕਹਿੰਦੇ 3.5 ਲੱਖ ਕਰੋੜ ਦਾ ਕਰਜ਼ਾ। ਹਾਂਜੀ, ਇੰਡਸਟਰੀਜ਼ ਤੇ ਐਗਰੀਕਲਚਰ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਪਰਸੈਂਟੇਜ ਇੱਕੋ ਜਿਹੀ ਕਰਕੇ ਰੱਖ ਦਿੱਤੀ ਹੈ। ਦੋਨੋਂ 24 करोड़ पे चल रहे हैं सर। 24 सर मीन टू से द